ਹੈਲੋ एवरीवन गुड मॉर्निंग ਆਲ ਆਫ ਯੂ। ਮੇਰਾ ਨਾਮ ਹੈ ਜੀ ਵਿਸ਼ਾਲ। ਮੈਂ ਤੁਹਾਡਾ ਸਭ ਦਾ ਐਜੂਕੇਸ਼ਨ ਚੈਨਲ ਪੰਜਾਬ ਕੰਪੀਟੀਟਿਵ ਸਟੱਡੀ ਤੇ ਸਵਾਗਤ ਕਰਦਾ ਹਾਂ। ਮੈਂ ਤੁਹਾਨੂੰ ਇਸ ਵੀਡੀਓ ਵਿੱਚ ਪੰਜਾਬ ਦੇ ਸਾਰੇ ਪੇਪਰਾਂ ਲਈ ਕਰੰਟ ਅਫੇਅਰ ਕਰਵਾਵਾਂਗਾ ਤੇ ਨਾਲ ਸਟੈਟਿਕ ਜੀਕੇ ਵੀ ਕਵਰ ਕਰਾਵਾਂਗਾ। ਦੇ ਵਿੱਚ SSSB ਪੰਜਾਬ ਪੁਲਿਸ SPSPCL SSC ਸਟੇਟ ਐਗਜ਼ਾਮ ਵਗੈਰਾ ਤਿਆਰੀ ਕਰਨ ਲਈ ਸਾਡੇ ਤੁਸੀਂ ਚੈਨਲ ਨਾਲ ਜੁੜ ਸਕਦੇ ਹੋ। ਸ਼ੁਰੂ ਕਰਦੇ ਹਾਂ ਜੀ 1 ਮਈ ਦੇ ਕਰੰਟ ਅਫੇਅਰ। ਮੈਗਾ ਹੈਲਥ ਫੈਸਟੀਵਲ ਦਾ ਆਗਾਜ਼ ਕਿੱਥੇ ਹੋਇਆ? ਮੈਗਾ ਹੈਲਥ ਫੈਸਟੀਵਲ ਦਾ ਆਗਾਜ਼ ਪੌਂਡੂਚੇਰੀ ਦੇ ਵਿੱਚ ਹੋਇਆ। ਪੌਂਡੂਚੇਰੀ ਦੇ CM एन रंगास्वामी ते ਲੈਫਟੀਨੈਂਟ ਗਵਰਨਰ तमिलसाई सुंदरम ਵੱਲੋਂ ਇਹ ਇਨੈਗੋਰੇਟ ਕੀਤਾ ਗਿਆ। ਮੈਗਾ ਹੈਲਥ ਫੈਸਟੀਵਲ ਦਾ ਮੁੱਖ ਮੋਟੋ ਇਹੀ ਸੀ ਕਿ ਇੱਥੋਂ ਦੇ ਲੋਕਾਂ ਨੂੰ ਫ੍ਰੀ ਵਿੱਚ ਸਿਹਤ ਸੰਬੰਧੀ ਸਹੂਲਤਾਂ ਦਿੱਤੀਆਂ ਜਾਣ। ਥਲ ਸੈਨਾ ਦੇ ਉਪ ਮੁਖੀ ਦਾ ਅਹੁਦਾ ਕੌਣ ਸੰਭਾਲੇਗਾ? ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ, ਵਾਈਸ ਚੀਫ ਉਪ ਮੁਖੀ ਦਾ ਅਹੁਦਾ ਹੁਣ ਖਾਲੀ ਹੋ ਗਿਆ ਸੀ, ਕਿਉਂਕਿ ਮਨੋਜ ਪਾਂਡੇ ਜੋ ਕਿ ਪਹਿਲਾਂ ਵਾਈਸ ਚੀਫ ਸੀ, ਹੁਣ ਉਹ ਆਰਮੀ ਚੀਫ ਬਣ ਚੁੱਕੇ ਹਨ। ਉਹਨਾਂ ਨੇ MM ਨਰਵਾਣੇ ਦੀ, ਜੋ ਕਿ ਸਾਡੇ ਪਹਿਲਾਂ ਆਰਮੀ ਚੀਫ ਸੀ, ਹੁਣ ਰਿਟਾਇਰ ਹੋ ਚੁੱਕੇ ਹਨ, ਉਹਨਾਂ ਦੀ ਥਾਂ ਲਿੱਤੀ ਅਤੇ ਵਾਈਸ ਚੀਫ ਦਾ ਪਦ ਖਾਲੀ ਹੋ ਚੁੱਕਿਆ ਸੀ। ਇਸ ਦੇ ਲਈ ਲੈਫਟੀਨੈਂਟ ਜਨਰਲ VS ਰਾਜੂ ਨੂੰ ਅਪੋਇੰਟ ਕੀਤਾ ਜਾਵੇਗਾ। ਇਹ ਨੇ ਜੀ ਲੈਫਟੀਨੈਂਟ ਜਨਰਲ VS ਰਾਜੂ। ਬਿਜਲੀ ਉਤਸਵ REC ਦੁਆਰਾ ਆਯੋਜਿਤ ਕੀਤੇ ਗਏ ਕਿੰਨੇ ਰਾਜਾਂ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਵਜੋਂ ਮਨਾਇਆ ਗਿਆ? REC ਹੈ ਜੀ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ, ਇੱਕ ਅਜਿਹੀ ਸੰਸਥਾ ਜੋ ਕਿ ਪਿੰਡਾਂ ਵਿੱਚ ਬਿਜਲੀ ਦੇਖਦੀ ਹੈ। ਇਹ ਬਿਜਲੀ ਉਤਸਵ ਮਨਾਉਣ ਦਾ ਕਾਰਨ ਇਹੀ ਹੈ ਕਿ ਲੋਕਾਂ ਨੂੰ ਬਿਜਲੀ ਦੇ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਹ ਇਹਨਾਂ ਵੱਲੋਂ 3 ਸਟੇਟ ਵਿੱਚ ਮਨਾਇਆ ਗਿਆ। 3 ਸਟੇਟ ਕਿਹੜੇ ਨੇ ਜੀ? ਇਹਦੇ ਵਿੱਚ ਉੜੀਸਾ, ਮਣੀਪੁਰ ਤੇ ਛੱਤੀਸਗੜ੍ਹ। ਉੜੀਸਾ ਦੀ ਕੈਪੀਟਲ ਹੈ ਭੁਵਨੇਸ਼ਵਰ, ਮਣੀਪੁਰ ਦੀ ਹੈ ਇੰਫਾਲ ਤੇ ਛੱਤੀਸਗੜ੍ਹ ਦੀ ਹੈ ਰਾਏਪੁਰ। ਨਿਤਿਨ ਗਡਕਰੀ ਜੀ ਨੇ 12 ਨੈਸ਼ਨਲ ਹਾਈਵੇ ਪ੍ਰੋਜੈਕਟ ਉਦਘਾਟਨ ਕਿਹੜੇ ਸ਼ਹਿਰ ਵਿੱਚ ਕੀਤਾ ਹੈ, ਜਿਸ ਦੀ ਲਾਗਤ ਲਗਭਗ 8 ਕਰੋੜ ਰੁਪਏ ਹੈ? ਨਿਤਿਨ ਗਡਕਰੀ ਮਿਨਿਸਟਰੀ ਆਫ ਰੋਡ ਐਂਡ ਟਰਾਂਸਪੋਰਟ ਦੇ ਮੰਤਰਾਲਾ ਇਹਨਾਂ ਦੇ ਅਧੀਨ ਆਉਂਦਾ ਹੈ, ਰੋਡ ਐਂਡ ਟਰਾਂਸਪੋਰਟ। ਇਹਨਾਂ ਨੇ 8000 ਕਰੋੜ ਰੁਪਏ ਦੀ ਲਾਗਤ ਨਾਲ 12 ਨੈਸ਼ਨਲ ਹਾਈਵੇ ਜੋ ਕਿ ਪ੍ਰੋਜੈਕਟ ਹੈਦਰਾਬਾਦ ਵਿੱਚ ਸ਼ੁਰੂ ਕੀਤੇ ਹੈ, ਉਦਘਾਟਨ ਕੀਤਾ ਇਹਨਾਂ ਦਾ। ਇਸ ਦੇ ਵਿੱਚ 12 ਨੈਸ਼ਨਲ ਹਾਈਵੇ ਦੀ ਲੰਬਾਈ ਜੋ ਕਿ ਹੋਏਗੀ 460 ਕਿਲੋਮੀਟਰ ਦੇ ਕਰੀਬ ਹੋਏਗੀ। ਕਿਸ ਨੇ ਖੇਤੀਬਾੜੀ ਨੂੰ ਕਵਰ ਕਰਨ ਵਾਲੀ ਨਵੀਂ ਵਿਦਿਅਕ ਯੋਜਨਾ ਅਤੇ ਖੋਜ ਸੰਸਥਾਵਾਂ ਦਾ ਉਦਘਾਟਨ ਕੀਤਾ ਹੈ? ਖੇਤੀਬਾੜੀ ਨੂੰ ਜੋ ਕਵਰ ਕਰੇਗੀ ਨਵੀਂ ਵਿਦਿਅਕ ਸੰਸਥਾਵਾਂ, ਉਸ ਦਾ ਉਦਘਾਟਨ ਕੀਤਾ ਹੈ। ਉਹ ਨੇ ਜੀ CM MK ਸਟਾਲਿਨ। ਇਹ CM ਨੇ ਜੀ ਤਾਮਿਲਨਾਡੂ ਦੇ। ਇਹਨਾਂ ਦੀ ਪਾਰਟੀ ਹੈ ਜੀ DMK। ਤਾਮਿਲਨਾਡੂ ਦੀ ਕੈਪੀਟਲ ਹੈ ਚੇਨਈ।
ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਜੀ। ਯੋਗੀ ਆਦਿੱਤਿਆਨਾਥ ਯੂਪੀ ਦੇ ਮੰਤਰੀ ਨੇ ਜੀ। ਨੀਤੀਸ਼ ਕੁਮਾਰ ਬਿਹਾਰ। ਉਪ ਰਾਸ਼ਟਰੀ IRS ਅਧਿਕਾਰੀ ਦੇ 74ਵੇਂ ਬੈਚ ਲਈ ਇੰਡਕਸ਼ਨ ਟ੍ਰੇਨਿੰਗ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਿੱਥੇ ਕਰਨਗੇ? ਸਾਡੇ ਉਪ ਰਾਸ਼ਟਰਪਤੀ ਨੇ ਜੀ M ਵੈਂਕਈਆ ਨਾਇਡੂ। ਇਹ ਸੰਬੋਧਨ ਕਿੱਥੇ ਕਰਨਗੇ ਜੀ? ਇਹ ਨਾਗਪੁਰ 'ਚ। ਨਾਗਪੁਰ ਕਿੱਥੇ ਜੀ? ਮਹਾਰਾਸ਼ਟਰ। ਜਿਸਦੀ ਕੈਪੀਟਲ ਕੀ ਹੈ? ਮੁੰਬਈ। ਲੋਹਾ ਤੇ ਸਟੀਲ ਉਦਯੋਗ ਵਿੱਚ ਪਲਾਸਟਿਕ ਦੇ ਕੂੜੇ ਦੀ ਵਰਤੋਂ ਤੋਂ ਧਨ ਪੈਦਾ ਕਰੇਗੀ, ਸਟੀਲ ਮੰਤਰੀ ਨੇ ਕਿਹਾ। ਤਾਂ ਸਾਡੇ ਸਟੀਲ ਮੰਤਰੀ ਕੌਣ ਹਨ? ਪਲਾਸਟਿਕ ਵੇਸਟ ਤੇ ਆਇਰਨ ਸਟੀਲ ਇੰਡਸਟਰੀ ਵਿੱਚ ਯੂਜ਼ ਕਰਕੇ ਅਸੀਂ ਵੈਲਥ ਜਨਰੇਟ ਕਰਾਂਗੇ। ਇਹ ਸਾਡੇ ਆਪਣੇ ਸਟੀਲ ਮਿਨਿਸਟਰ ਕੌਣ ਨੇ? ਰਾਮਚੰਦਰ ਪ੍ਰਤਾਪ ਸਿੰਘ। ਸੁਨੀਲ ਸਿੰਘ ਤੋਮਰ ਐਗਰੀਕਲਚਰ ਮਿਨਿਸਟਰ। ਨਿਤਿਨ ਗਡਕਰੀ ਰੋਡ ਐਂਡ ਟਰਾਂਸਪੋਰਟ। ਅਨੁਰਾਗ ਠਾਕੁਰ IB ਮਿਨਿਸਟਰ। ਪੈਂਹਠ ਅਲੀਵ ਰੈਜ਼ੀਡਲੇ ਹੈਸਲਿੰਗ ਕਿਹੜੇ ਆਲ੍ਹਣੇ ਦੇ ਸਥਾਨਾਂ ਤੋਂ ਜਾਰੀ ਕੀਤੇ ਗਏ ਹਨ? ਇਹ ਇੱਕ ਤਰ੍ਹਾਂ ਦੇ ਟਰਟਲ ਹੁੰਦੇ ਨੇ, ਕਛੂਏ ਬੋਲਦੇ ਹਾਂ ਜਿਨ੍ਹਾਂ ਨੂੰ ਆਪਾਂ। ਇਹ ਹੈਸਲਿੰਗ ਰਿਲੀਜ਼ ਕਿੱਥੋਂ ਹੋਈ ਹੈ? ਇਹ ਹੋਈ ਹੈ ਜੀ ਗੋਆ। ਗੋਆ ਦੇ ਕਿੱਥੇ? ਪਣਜੀ ਕੈਪੀਟਲ। ਉੜੀਸਾ ਦੇ ਵਿੱਚ ਵੀ ਟਰਟਲ ਕਾਫੀ ਦੇਖਣ ਨੂੰ ਮਿਲਦੇ ਹਨ। ਗੋਆ ਦੇ ਬਾਰੇ ਕੁਝ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਦਾ। ਗੋਆ ਫੁੱਲ ਫਲੈਜ ਸਟੇਟ 30 ਮਈ 1987 ਨੂੰ ਬਣਿਆ, ਜਿਸ ਦੀ ਕੈਪੀਟਲ ਹੈ ਪਣਜੀ। ਕਾਰਗਿਲ ਸਿਟੀ ਉਹ ਸਿਟੀ ਹੈ ਜਿੱਥੇ 1498 ਵਾਸਕੋ ਡੀ ਗਾਮਾ ਪਹਿਲੀ ਵਾਰੀ ਇੰਡੀਆ ਪਹੁੰਚਿਆ ਸੀ, ਜੋ ਕਿ ਕਾਰਗਿਲ ਸਿਟੀ ਵਿੱਚ ਪਹੁੰਚਿਆ ਸੀ। CM ਨੇ ਇੱਥੇ ਦੇ ਪ੍ਰਮੋਦ ਸਾਵੰਤ ਤੇ ਗਵਰਨਰ ਨੇ PS ਸ੍ਰੀਧਰਨ ਪਿੱਲਾਈ। ਹੋਰ ਗੱਲ ਕਰੀਏ ਤਾਂ ਗੋਆ ਦੇ ਵਿੱਚ 2 ਡਿਸਟ੍ਰਿਕਟ ਨੇ, ਲੋਕ ਸਭਾ ਸੀਟਾਂ ਨੇ 2 ਤੇ ਰਾਜ ਸਭਾ ਸੀਟ ਸਿਰਫ 1। ਓਫੀਸ਼ੀਅਲ ਲੈਂਗੁਏਜ ਦੀ ਗੱਲ ਕਰੀਏ ਕੋਂਕਣੀ ਨੇ। ਇਹ ਸਾਰੇ ਹੀ ਦਫ਼ਤਰੀ ਕੰਮ ਕੋਂਕਣੀ ਲੈਂਗੁਏਜ ਵਿੱਚ ਹੁੰਦੇ ਨੇ। ਬੋਰਡਰ ਜੇ ਦੇਖਿਆ ਜਾਏ ਤਾਂ ਗੋਆ ਦਾ ਸ਼ੇਅਰ ਹੁੰਦਾ ਹੈ ਸਿਰਫ ਮਹਾਰਾਸ਼ਟਰ ਤੇ ਕਰਨਾਟਕਾ ਦੇ ਨਾਲ। ਸਮਾਲੈਸਟ ਬਾਈ ਏਰੀਆ, ਜੇ ਕਿਸੇ ਰਾਜ ਦੀ ਗੱਲ ਕਰੀਏ ਇੰਡੀਆ 'ਚ ਸਭ ਤੋਂ ਛੋਟਾ ਰਾਜ ਕਿਹੜਾ ਹੈ ਤਾਂ ਉਹ ਗੋਆ। ਗੋਆ ਦੇ ਵਿੱਚ ਇੱਕੋ ਇੱਕ ਮਹਾਵੀਰ ਨੈਸ਼ਨਲ ਪਾਰਕ ਹੈ ਜਿਹਦਾ ਨਾਮ ਹੈ ਮਹਾਵੀਰ ਨੈਸ਼ਨਲ ਪਾਰਕ। ਭਗਵਾਨ ਮਹਾਵੀਰ ਨੈਸ਼ਨਲ ਪਾਰਕ, ਜਿਹਨੂੰ ਅਸੀਂ ਮੋਲਮ ਨੈਸ਼ਨਲ ਪਾਰਕ ਵੀ ਕਹਿ ਸਕਦੇ ਹਾਂ। ਇੱਥੇ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ, ਕਾਫੀ ਵਾਰ ਐਗਜ਼ਾਮ 'ਚ ਪੁੱਛਿਆ ਗਿਆ ਹੈ, ਸਲੀਮ ਅਲੀ ਵਰਲਡ ਸਨੈਕਚਰੀ। ਇਹ ਵੀ ਕਿੱਥੇ ਹੈ? ਗੋਆ 'ਚ। ਫੋਰ ਦਾ ਫਸਟ ਟਾਈਮ ਮਈ ਡੇ ਲੇਬਰ ਡੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਕਦੋਂ ਮਨਾਇਆ ਗਿਆ? ਭਾਰਤ ਦੇ ਵਿੱਚ ਪਹਿਲੀ ਵਾਰ ਮਈ ਦਿਵਸ ਜਾਂ ਲੇਬਰ ਦਿਨ ਕਿਸ ਸਾਲ ਵਿੱਚ ਮਨਾਇਆ ਗਿਆ? ਇਹ ਮਨਾਇਆ ਗਿਆ ਜੀ 1923 ਵਿੱਚ। ਜੇ ਦੁਨੀਆ ਦੀ ਗੱਲ ਕੀਤੀ ਜਾਏ ਤਾਂ ਇਹ
USA ਦੇ ਵਿੱਚ 1833 ਵਿੱਚ ਮਨਾਇਆ ਗਿਆ ਸੀ। ਕਿਸ ਨੂੰ ਡੇਜ਼ੀ ਕਾਉਂਸਲ ਆਫ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ ਯਾਨੀ ਕਿ CSIR ਦਾ ਵਾਧੂ ਚਾਰਜ ਮਿਲਿਆ ਹੈ? CSIR ਦਾ ਵਾਧੂ ਚਾਰਜ ਇਹ ਨੇ ਜੀ ਆਪਣੇ ਰਾਜੇਸ਼ ਐਸ ਖੋਖਲੇ। ਰਾਜੇਸ਼ ਐਸ ਖੋਖਲੇ ਇਹ ਇਮਿਊਨੋਲੋਜਿਸਟ ਨੇ ਜਿਨ੍ਹਾਂ ਨੂੰ ਵਾਧੂ ਚਾਰਜ ਮਿਲਿਆ ਹੈ CSIR ਦਾ। ਇਹ ਸੈਕਟਰੀ ਨੇ ਵੀ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ 'ਚ ਬਾਇਓਟੈਕਨੋਲੋਜੀ ਇਹ ਸੈਕਟਰੀ ਵੀ ਹੈ। IAF ਮੁਖੀ ਨੇ ਲੌਜਿਸਟਿਕ ਸੈਮੀਨਾਰ ਦਾ ਉਦਘਾਟਨ ਨਵੀਂ ਦਿੱਲੀ ਵਿੱਚ ਕੀਤਾ ਜਿਸ ਦਾ ਨਾਮ ਹੈ IA ਚੀਫ ਕੌਣ ਨੇ? ਇਹਨੇ ਆਪਣੇ ਵਿਵੇਕ ਚੌਧਰੀ। ਇਹ ਲੌਜਿਸਟਿਕ ਸੈਮੀਨਾਰ ਦਾ ਨਾਮ ਸੀ ਲੌਜਿਸਟਿਕ ਬਾਇਓ 2022। ਭਾਰਤ ਵਿੱਚ ਸੈਮੀਕੰਡਕਟਰਾਂ ਦੀ ਖਪਤ ਕਿਸ ਸਾਲ ਤੱਕ $80 ਬਿਲੀਅਨ ਨੂੰ ਪਾਰ ਕਰਨ ਦਾ ਅਨੁਮਾਨ ਹੈ? $80 ਬਿਲੀਅਨ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ 1 ਬਿਲੀਅਨ ਦੇ ਵਿੱਚ ਅਰਾਊਂਡ ਜੇ $75 ਦਾ ਰੇਟ ਹੈ ਅੱਜ ਤਾਂ 7500 ਕਰੋੜ ਰੁਪਏ। ਤਾਂ ਇਹਨੂੰ ਤੁਸੀਂ 80 ਨਾਲ ਮਲਟੀਪਲਾਈ ਕਰ ਸਕਦੇ ਹੋ। ਇਹ ਸੈਮੀਕੰਡਕਟਰ ਕੰਜ਼ੰਪਸ਼ਨ 2026 ਤੱਕ ਪਾਰ ਕਰਨ ਦਾ ਅਨੁਮਾਨ ਹੈ। ਇਮੈਨੂਅਲ ਮੈਕਰੋਨ ਜੋ ਕਿ ਹੁਣੇ ਫ੍ਰੈਂਚ ਦੇ ਪ੍ਰੈਜ਼ੀਡੈਂਟ ਚੁਣੇ ਗਏ ਹਨ, ਇਹਨਾਂ ਦੀ ਪਾਰਟੀ ਦਾ ਨਾਮ ਕੀ ਹੈ? ਇਹਨਾਂ ਦੀ ਪਾਰਟੀ ਦਾ ਨਾਮ ਹੈ ਲਾ ਰਿਪਬਲਿਕ ਐਨ ਮਾਰਸ਼ਲ। ਇਹ ਲਗਾਤਾਰ ਦੂਜੀ ਵਾਰ ਇਹ ਰਾਸ਼ਟਰਪਤੀ ਦੇ ਰੂਪ ਵਿੱਚ ਚੁਣੇ ਗਏ ਹਨ। ਪਹਿਲੀ ਟਰਮ ਇਹਨਾਂ ਦੀ 2022 ਤੱਕ ਸੀ ਜੋ ਕਿ ਹੁਣ ਅਗਲੇ 5 ਸਾਲਾਂ ਲਈ 2022 ਤੋਂ 2027 ਤੱਕ ਰਾਸ਼ਟਰਪਤੀ ਰਹਿਣਗੇ। What was the theme of the World Veterinary Day? World Veterinary Day 2022 ਦੀ ਥੀਮ ਕੀ ਸੀ? Strengthening Veterinary Resilience। ਤਾਂ ਇਹ ਸੀ ਵਿਸ਼ਵ ਵੈਟਨਰੀ ਦਿਵਸ 2022 ਦੀ ਥੀਮ। ਇਹ ਸੀ ਜੀ ਆਪਣੇ 1 ਮਈ ਦੇ ਕਰੰਟ ਅਫੇਅਰ। ਤੁਸੀਂ ਸਾਡੇ ਨਾਲ ਜੁੜੇ ਰਹੋ। ਪੰਜਾਬ ਦੇ ਸਾਰੇ ਪੇਪਰਾਂ ਲਈ ਅਸੀਂ ਕਰੰਟ ਅਫੇਅਰ ਤੇ ਹੋਰ ਵੀ ਇੰਪੋਰਟੈਂਟ ਵੀਡੀਓ ਲੈ ਕੇ ਆਵਾਂਗੇ।